ਵੱਡੇ ਭਰਾ ਨੇ ਮੇਰੇ ਸਾਹਮਣੇ ਛਾਲ ਮਾਰਤੀ। बस मारन दी देर सी गली उतो गुआढ़ी आंढी निकल आए, भज चले ठेकेदार, भज चले। घरां चों निकल के थोड़ियां जिहियां सट्टां मारियां ते कहनियां लिया के अपने घरां तो तेल उहदे ते पा के उत्थे सामने मेरे आ गए। दो भरा पिछों दी नसे ते उन्हां नूं आ पाक मल उमर कैद जिन्हों होई है, इन्हें गोली मारती तो वो भी ढेर कर दित्ते, पंजे मर गए। मैं कहनी जानवरों भी ऐसी मौत नहीं देंगे जिदा इन्हों निके निके बच्चे गैसा से भुने, छोटे छोटे बच्चों के सिर वढ़ वढ़ के थालियां च रख के मावां दे अगे रखे। फिर बस 3 तरीक को अपने घर गई हैं। फिर सियाने सियाने आदमी आए मेरे को, भैन जी देखो 3 दिन हो गया, ये डेड बॉडी पड़ी है, इनका क्या करना है। मैं कहा भाई साहब बाप बेटे को एक जगह पे करो, मेरे घर का फर्नीचर बारी खिड़की जो भी बच गई ना रुकते बारे तो इतने संस्कार कर दो। फिर बस घर में ही सारा कुछ इकट्ठा करके बाप बेटे का घर में ही संस्कार किया। बस बाहर निकलियाँ, कुछ मुंडे मगर पे मारो 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 किदा किदा बाज बचा के अपने घर गई। सारी रात चीकां वजदी रहियां, लिया लिया के पार्क में उन्होंने अग्गां लाउंदे रहे। आर्मी भी गल नहीं सुनती, पुलिस मैनू दबके मारती भी नासे तो, एक ऐसा चौंदा मुर्गे किन्ने भुन ले, तो सुनेगा कौन। 1984 का दुखांत नूं अज 36 साल हो चुके ने। पूर्ण तौर पर इंसाफ हले तक सिखां नूं नहीं मिलिया। नवंबर 84 ਦੇ ਵਿੱਚ ਸਿੱਖਾਂ ਨੂੰ ਸੜਕਾਂ ਤੇ ਦੌੜਾ ਕੇ ਮਾਰਿਆ ਗਿਆ, ਗਲਾਂ ਦੇ ਵਿੱਚ ਟਾਇਰ ਪਾਏ ਗਏ, ਅੱਗ ਲਾ ਕੇ ਸਾੜਿਆ ਗਿਆ, ਚੁਣ ਕੇ ਮਾਰਿਆ ਗਿਆ। ਨਿਸ਼ਾਨਦੇਹੀ ਕੀਤੀ ਗਈ ਦਿੱਲੀ ਵਿੱਚ ਘਰਾਂ ਦੀ। ਕਾਂਗਰਸ ਸਰਕਾਰ ਦੀ ਇੰਨੀ ਮਾੜੀ ਨੀਤੀ, ਮਾੜੀ ਸੋਚ ਦਾ ਸਿੱਖ ਇੰਨਾ ਇਸ ਤਰ੍ਹਾਂ ਬੁਰੀ ਤਰੀਕੇ ਨਾਲ ਸ਼ਿਕਾਰ ਹੋਏ ਕਿ ਇਸ ਤਰ੍ਹਾਂ ਦਾ ਨਰਸੰਹਾਰ ਦਾ ਕਲੰਕ ਜਿਹੜਾ ਭਾਰਤ ਦੇ ਉੱਤੋਂ ਕਦੀ ਮਿਟ ਨਹੀਂ ਸਕਦਾ। ਅੱਜ ਸਾਡੇ ਨਾਲ ਮਾਤਾ ਜਗਦੀਸ਼ ਕੌਰ ਜੀ ਮੌਜੂਦ ਹੈਗੇ ਨੇ। ਇਹਨਾਂ ਦੀ ਆਪ ਬੀਤੀ ਜੋ ਹੈ ਤੁਸੀਂ ਸੁਣੋਗੇ। ਮੇਰੀ ਵੀ ਇਹਨਾਂ ਨਾਲ ਗੱਲਬਾਤ ਹੋਈ ਸੀ, ਅੱਖਾਂ 'ਚੋਂ ਅੱਥਰੂ ਨਹੀਂ ਰੁਕ ਰਹੇ ਸੀ। ਕੱਲ੍ਹ ਵੀ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦਾਂ ਨੂੰ ਯਾਦ ਕੀਤਾ ਗਿਆ, ਸੱਚ ਦੀ ਕੰਧ ਦੇ ਉੱਤੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਇਹਨਾਂ ਨੇ ਆਪਣੀ ਆਪ ਬੀਤੀ ਸੁਣਾਈ ਅਤੇ ਸਾਰੀ ਸੰਗਤ ਦੀਆਂ ਅੱਖਾਂ ਨਮ ਹੋ ਗਈਆਂ ਕਿ ਆਪਣੀ ਅੱਖਾਂ ਦੇ ਨਾਲ ਆਪਣੇ ਪੁੱਤਰ ਦੀ ਮੌਤ ਦਾ ਦੇਖਣਾ, ਆਪਣੇ ਹਸਬੈਂਡ ਦੀ ਮੌਤ ਨੂੰ ਦੇਖਿਆ, ਜਦਕਿ ਇਹਨਾਂ ਦੇ ਪਤੀ ਨੇ ਇੰਡੀਅਨ ਆਰਮੀ ਦੇ ਵਿੱਚ ਵੀ ਇੰਨੀ ਸੇਵਾ ਦਿੱਤੀ, ਇੰਨੇ ਮੈਡਲ ਲਿੱਤੇ, ਬੇਟੇ ਵੀ ਇਹਨਾਂ ਦੇ ਗੋਲਡ ਮੈਡਲਿਸਟ ਸੀਗੇ। ਇਹਨਾਂ ਦੀ ਆਪ ਬੀਤੀ ਇਹਨਾਂ ਦੇ ਮੂੰਹੋਂ ਹੀ ਸੁਣ ਲੈਂਦੇ ਹਾਂ, ਕਹਾਣੀ ਇਹਨਾਂ ਦੀ ਜਾਣ ਲੈਂਦੇ ਹਾਂ। 1984 ਦਾ ਦੁਖਾਂਤ ਹੈ ਜੋ ਇਹਨਾਂ ਨੇ ਕਿਸ ਤਰ੍ਹਾਂ ਭੋਗਿਆ, ਗੱਲਬਾਤ ਕਰ ਲੈਂਦੇ ਹਾਂ। ਮਾਤਾ ਜੀ ਸਵਾਗਤ ਹੈ D5 ਦੇ ਉੱਤੇ ਤੁਹਾਡਾ। 1984 ਦੇ ਦੁਖਾਂਤ ਨੂੰ 36 ਸਾਲ ਹੋ ਚੁੱਕੇ ਨੇ। ਤੁਸੀਂ ਆਪ ਬੀਤੀ ਕੱਲ੍ਹ ਸੰਗਤ ਨੂੰ ਸੁਣਾਈ, ਇੱਥੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ, ਕੈਂਡਲ ਜਲਾਈਆਂ ਗਈਆਂ, ਮੋਮਬੱਤੀਆਂ ਜਲਾਈਆਂ ਗਈਆਂ ਸ਼ਹੀਦਾਂ ਦੀ ਯਾਦ ਦੇ ਵਿੱਚ, ਪ੍ਰਦਰਸ਼ਨੀ ਵੀ ਲਗਾਈ ਗਈ। ਲੇਕਿਨ ਉਸ ਸਮੇਂ ਦਾ ਜੋ ਇਹ ਦੁਖਾਂਤ ਸੀਗਾ ਤੁਸੀਂ ਆਪਣੀ ਅੱਖਾਂ ਦੇ ਨਾਲ ਦੇਖਿਆ, ਉਹ ਤੁਸੀਂ ਬਿਆਨ ਕਰੋ ਜਿਹੜਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗੇ। ਕਿਉਂਕਿ ਕੁਝ ਮੁੱਠੀ ਭਰ ਸਿਰ ਫਿਰੇ ਲੋਕ ਜਿਹੜੇ ਅੱਜ ਵੀ ਕਹਿੰਦੇ ਨੇ ਜੀ 84 ਤੁਸੀਂ ਭੁੱਲ ਜਾਓ, ਪਰ ਕਿਸ ਤਰ੍ਹਾਂ ਇਹ ਦੁਖਾਂਤ ਜਿਹੜਾ ਭੁਲਾਇਆ ਜਾ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਜਿਹੜੇ ਲੋਕ ਕਹਿੰਦੇ ਨੇ ਭੁੱਲ ਜਾਓ, ਉਹਨਾਂ ਨੂੰ ਇਹ ਨਹੀਂ ਪਤਾ भी ये जी कौम के सामना मारी आर्मी, ये आर्मी अफसर मारे, क्योंकि उन्होंने का कसूर सिर्फ इन्ना सी भी उन्होंने सिखां दे घर जन्म लिया। वो तो ऐसे भी देश की सेवा कर रहे थे। 31 ਨੂੰ इंदिरा गांधी मारी है, 9:30 ਵਜੇ ਨੂੰ गोली ਵੱਜ गई सी। उदों पता लगा भई इंदिरा गांधी ਨੂੰ गोली ਵੱਜੀ है। कोई आई सी मेरे घर जो आखन लगी मैडिकल इंस्टीट्यूट के कोल ना बड़ी भीड़ आ, तो आंदे ने भी इंदिरा गांधी ने गोली मार दी, नहीं पता मर गई है या हैगी। तो हौली 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 पता लगा भी उसकी डैथ हो गई। कॉलेज बंद हो गए, ऑफिस बंद हो गए, मुंडा कॉलेज तो घर आ गया, पति मेरा दफ्तर तो घर आ गए, बच्चे स्कूलों आ गए। 31 तरीक सारा दिन बड़े आराम नाल बीती। पहलों ये भी नहीं पता सी भी किन्ने मारी आ। कोई 12-1 ਵਜੇ ਦੇ ਕਰੀਬ पता लगा भी सिख ਜਿਹੜੇ ਬਾਡੀਗਾਰਡ ਸੀ ਉਹਨਾਂ ਨੇ ਮਾਰੀ। पर फिर भी साढ़े इलाके कैंट एरिया सी, साढ़े इलाके बिल्कुल शांति भाईचारा था जो उस तरह आपो आते जाते। मेरे घर ही बैठ के सारे TV वेखन डे सी, जो बाहरों आता कोई जाता कोई होर।
ਸਾਰੀ ਸ਼ਾਂਤੀ ਨਾਲ ਬੀਤੀ। ਰਾਤ ਜਿੱਥੇ 1 ਤਰੀਕ ਨੂੰ ਲਾਸ਼ਾਂ ਦੇ ਅਗਲੇ ਢੇਰ ਲਾਤੇ, 31 ਤਰੀਕ ਨੂੰ ਉਹੀ ਬੇਟਾ ਜਿਹੜਾ ਸ਼ਹੀਦ ਹੋ ਗਿਆ ਮੇਰੇ ਨਾਲ ਗਿਆ, ਸਬਜ਼ੀ ਲੈ ਕੇ ਆਇਆ ਵੀ ਸ਼ਾਇਦ ਕਰਫਿਊ ਲੱਗ ਜਾਏ, 4-5 ਦਿਨ ਦੀ ਸਬਜ਼ੀ ਲੈ ਚੱਲਦੇ ਹਾਂ ਜੀ। ਬਸ ਰਾਤ ਨੂੰ ਪ੍ਰਧਾਨ ਮੰਤਰੀ ਬਣ ਗਿਆ ਰਾਜੀਵ ਗਾਂਧੀ, ਅਤੇ ਇਹਨੇ ਆਪਣੇ ਜਿੰਨੇ ਆਪਣੇ MP ਸੀ ਸਾਰੇ ਗੁੰਡੇ ਬਦਮਾਸ਼ ਆਪ ਆਪਣੇ ਇਲਾਕਿਆਂ 'ਚ ਘੱਲ ਦਿੱਤੇ। ਇਹਨਾਂ ਨੇ ਭੀੜਾਂ ਇਕੱਠੀਆਂ ਕੀਤੀਆਂ ਬਦਮਾਸ਼ਾਂ ਦੀਆਂ, ਅਤੇ 9 ਵਜੇ ਕਤਲੇਆਮ ਸ਼ੁਰੂ ਹੋ ਗਿਆ 1 ਨਵੰਬਰ। ਕਹਿੰਦੇ ਸੀ ਮੀਟਿੰਗ ਲਈ ਸੀ ਰਾਜੀਵ ਗਾਂਧੀ ਨੇ ਹਸਪਤਾਲ ਦੇ ਬਾਹਰ ਹੀ, ਤੁਸੀਂ ਵੀ ਕੁਝ ਆਵਾਜ਼ਾਂ ਸੁਣੀਆਂ ਸੀ ਜਦੋਂ ਇਹ ਮਾਹੌਲ ਜਿਹੜਾ ਸ਼ੁਰੂ ਹੋ ਗਿਆ ਸਿੱਖਾਂ ਦਾ ਕਤਲੇਆਮ ਕਰਨ ਦਾ, ਅਤੇ ਕਿਸ ਤਰ੍ਹਾਂ ਦਾ ਮਾਹੌਲ ਇੱਕਦਮ ਬਣਿਆ? ਤੁਹਾਡੇ ਬੇਟੇ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ? ਉਹਦਾ ਇਹ ਨਾ ਵੀ ਉਹਨੇ ਰਾਜੀਵ ਗਾਂਧੀ ਨੇ ਤਾਂ ਉਦੋਂ ਹੀ ਆਖ ਦਿੱਤਾ ਨਾ ਕੋਈ ਮੈਨੂੰ ਪੱਗਵਾਨ ਨਜ਼ਰ ਨਹੀਂ ਆਉਣਾ ਚਾਹੀਦਾ ਮੀਟਿੰਗ 'ਚ। ਬਸ 31 ਬਿਲਕੁਲ ਆਰਾਮ ਨਾਲ ਬੀਤੀ ਹੈ। ਰਾਤ ਨੂੰ ਇਹ ਪ੍ਰਧਾਨ ਮੰਤਰੀ ਬਣ ਗਿਆ, ਇਹਨੇ ਜਿਹੜੇ ਆਰਡਰ ਦਿੱਤੇ ਇਹ ਸਭ MP ਆਪ ਆਪਣੇ ਇਲਾਕਿਆਂ 'ਚ ਆਏ, ਗੁੰਡੇ ਇਕੱਠੇ ਕੀਤੇ, ਅਤੇ 9 ਵਜੇ ਸਾਡੇ ਕਤਲੇਆਮ ਸ਼ੁਰੂ ਹੋਇਆ 1 ਨਵੰਬਰ 9 ਵਜੇ। ਪਹਿਲਾਂ ਸਭ ਤੋਂ ਆਰਮੀ ਮਾਰਨੀ ਸ਼ੁਰੂ ਕੀਤੀ। ਜਿਹੜੇ ਆਰਮੀ ਛੁੱਟੀ ਜਾ ਰਹੇ ਸੀ, ਸਾਡੇ ਲਾਗੇ ਲਾਈਨ ਸੀ ਅਜਮੇਰ ਲਾਈਨ, ਜੇ ਛੁੱਟੀ ਜਾ ਰਹੇ ਸੀ ਜਾਂ ਛੁੱਟੀ ਤੋਂ ਘਰ ਪਰਤ ਰਹੇ ਸੀ, ਉਹਨਾਂ ਨੂੰ ਇੱਕ ਐਡਵੋਕੇਟ ਸੀ, ਉਹਨੇ ਆਣ ਕੇ ਦੱਸਿਆ ਵੀ ਆਂਟੀ ਅੰਕਲ ਕੋ ਅਤੇ ਗੁਰਪ੍ਰੀਤ ਕੋ ਬਾਹਰ ਨਿਕਲ ਦਿਓ, ਬਾਹਰ ਸਿੱਖੋਂ ਕੋ ਮਾਰ ਰਹੇ ਹੈ। ਅਤੇ ਮੈਂ ਕਿਹਾ ਐਵੇਂ ਮਖੌਲ ਕਰ ਰਿਹਾ, ਅਤੇ ਉਹ ਫਿਰ ਅੱਖਾਂ 'ਚ ਅੱਥਰੂ ਲਿਆ ਕੇ ਕਹਿੰਦਾ ਨਹੀਂ ਆਂਟੀ ਮੈਂ ਆਖੋ ਦੇਖ ਕੇ ਆਇਆ, ਜਿਹੜੇ ਮਿਲਟਰੀ ਵਾਲੇ ਪਿੱਛੋਂ ਆ ਰਹੇ ਆ ਆਰਮੀ ਵਾਲੇ ਸਿੱਖ, ਉਹਨਾਂ ਨੂੰ ਅੱਗਾਂ ਲਾ ਕੇ ਅਤੇ ਗੱਡੀ ਅੱਗੇ ਸੁੱਟ ਰਹੇ ਨੇ। ਥੋੜ੍ਹੀ ਫਿਕਰ ਹੋਇਆ, ਪਰ ਅਜੇ ਸਾਡੇ ਗਲੀਆਂ ਮੁਹੱਲਿਆਂ 'ਚ ਬਿਲਕੁਲ ਸ਼ਾਂਤੀ ਸੀ। 11 ਕੁ ਟਾਈਮ ਹੋਇਆ, 11 ਕੁ ਵਜੇ ਦਾ, ਅਤੇ ਅੱਗਾਂ ਲੱਗ ਗਈਆਂ, ਬੜੇ ਵੱਡੇ ਭਾਂਬੜ ਮੱਚਣ ਲੱਗ ਪਏ, ਬੰਗਲੇ ਸਾੜੇ ਦੇ ਨੇ, ਪਤਾ ਨਹੀਂ ਕੀ ਕੁਛ ਸੜਦਾ, ਪਰ ਸਾਡੇ ਗਲੀ ਮੁਹੱਲੇ 'ਚ ਅਜੇ ਵੀ ਕੁਛ ਨਹੀਂ ਸੀ। ਬਸ 12 ਕੁ ਵਜੇ ਦਾ ਟਾਈਮ ਹੋਇਆ, ਰਾਤ ਦਾ 12 ਵਜੇ? ਨਾ, ਦਿਨ ਦਾ 12 ਵਜੇ ਦਾ ਟਾਈਮ। ਹਾਂ, ਇਹ ਦਿਨ ਉਹਨਾਂ ਨੂੰ ਕਾਹਦਾ ਡਰ ਸੀ, ਮਿਲਟਰੀ ਉਹਨਾਂ ਦੇ ਨਾਲ ਸੀ, ਪੁਲਿਸ ਉਹਨਾਂ ਦੇ ਨਾਲ ਸੀ। 12 ਕੁ ਵਜੇ ਦਾ ਟਾਈਮ ਹੋਇਆ ਤਾਂ ਪਿਛਲੀ ਗਲੀ 'ਚ ਆਵਾਜ਼ਾਂ ਆਉਣ ਲੱਗ ਪਈਆਂ, ਮਾਰੋ ਮਾਰੋ ਇਨ ਨਾਗੋਂ ਕੋ ਮਾਰੋ, ਅੱਤਵਾਦੀਆਂ ਕੋ ਮਾਰੋ, ਇਹਨਾਂ ਗਰਦਾਰਾਂ ਨੂੰ ਮਾਰੋ, ਨਾਗੋਂ ਕੋ ਮਾਰੋ, ਇਹ ਕੋਈ ਜਿੰਦਾ ਨਹੀਂ ਛੋੜेंगे, ਇਹ ਕੋਈ ਜਿੰਦਾ ਇਹੋ ਜਿਹਾ। ਅਤੇ ਉਹੀ ਜਿਹੜਾ ਕਾਕਾ ਸ਼ਹੀਦ ਹੋ ਗਿਆ ਨੇ, ਇਹਨੇ ਮੈਨੂੰ ਯਾਦ ਕਰਾਇਆ ਵੀ ਮੰਮੀ ਇਹ ਹੁਣ ਸਾਡੀ ਵਾਰੀ ਹੈ, ਢਿੱਲੋਂ ਸਾਹਿਬ ਦੀ ਕੋਠੀ ਨੂੰ ਅੱਗ ਲੱਗ ਗਈ, ਹੁਣ ਸਾਡੀ ਵਾਰੀ ਹੈ। ਅਤੇ ਨਿੱਕੀਆਂ ਬੇਟੀਆਂ ਸੀ 3, ਅਤੇ ਕਹਿਣ ਲੱਗਾ ਵੀ ਇਹਨਾਂ ਨੂੰ ਭੈਣਾਂ ਨੂੰ ਇੱਥੇ ਪੰਡਤਾਂ ਦੇ ਘਰ ਭਜਾ ਦੇ। ਮੈਂ ਪੰਡਤਾਂ ਦੇ ਘਰ ਭਜਾ ਕੇ ਆਈ ਹਾਂ, ਅਤੇ ਛੋਟਾ ਬੱਚਾ ਸੀ 6 ਸਾਲਾਂ ਦਾ, ਉਹ ਮੇਰੀ ਉਂਗਲੀ ਫੜ ਕੇ ਖਲੋਤਾ, ਉਹਨੇ ਮੈਨੂੰ ਯਾਦ ਕਰਾਤਾ ਵੀ ਆ ਗੋਲਡੀ ਨੂੰ ਵੀ ਭਜਾਇਆ ਵੀ ਇਹ HP ਲਾਈਟ ਡਰੇਗਾ। ਮੈਂ ਉਹਨੂੰ ਅਜੇ ਛੱਡ ਕੇ ਆਈ ਹਾਂ ਪੰਡਤਾਂ ਦੇ ਘਰ, ਅਤੇ ਆਪਣੇ ਘਰ ਆਈ ਹਾਂ, ਅਤੇ ਚਾਰੋਂ ਤਰਫ ਘੇਰਾ ਪਿਆ। ਪਹਿਲਾਂ ਆਣ ਕੇ ਲੀਡਰ ਖੜ੍ਹੇ ਹੋ ਗਏ, ਇੱਕ ਨੂੰ ਉਮਰ ਕੈਦ 2-3 ਨੂੰ ਹੋਈ ਹੈ ਜਿਹੜੀ, ਇਹ ਸਾਰੇ ਕੈਨੀਆਂ ਇਹਨਾਂ ਦੇ ਕੋਲ ਸੀ, ਅਤੇ ਆਣ ਕੇ ਨਿਸ਼ਾਨਦੇਹੀ ਕੀਤੀ, ਰਾਸ਼ਨ ਵਾਲਾ ਨਾਲ ਸੀ, ਆਹ ਸਿੱਖਾਂ ਦਾ ਘਰ ਆ। ਉਹਨੇ ਨੂੰ ਚਾਰੋਂ ਤਰਫ ਘੇਰਾ ਪੈ ਗਿਆ, ਕੋਈ ਦਰਵਾਜ਼ੇ ਤੋੜਨ ਲੱਗ ਪਿਆ, ਕੋਈ ਕੰਧਾਂ ਦੀਵਾਰਾਂ ਤੋੜਨ ਲੱਗ ਪਿਆ, ਕੋਈ ਚਾਰੋਂ ਤਰਫ ਘਰ ਆ ਵੜੇ। ਅਤੇ ਬੇਟਾ ਮੇਰਾ ਖਲੋਤਾ ਆਇਆ ਸੀ, ਇੱਥੇ ਫੋਟੋ ਕੱਢ ਕੇ ਦਿਖਾਈ ਨਾ, ਮੈਂ ਇੱਥੇ ਹੈਗੇ ਨੇ ਫੋਟੋ ਦਿਖਾਈ, ਇਹਨਾਂ ਨੂੰ ਦਿਖਾਵਾਂ। ਅਤੇ ਬੇਟੇ ਨੂੰ ਘੇਰਾ ਪਿਆ ਕਿਸ ਤਰ੍ਹਾਂ ਸੀ? ਸਾਹਮਣੇ ਆ ਕੇ ਉਹਨੂੰ 2-3 ਸੱਟਾਂ ਮਾਰੀਆਂ। ਅੱਛਾ ਜੀ। ਉਹ ਬੜਾ ਜਵਾਨ ਸੀ, ਉਹਨੇ ਨਾ ਮਤਲਬ ਥੋੜ੍ਹਾ ਇੱਕ ਬੰਨੇ ਸ਼ਟਰ ਲਗਾਏ ਸਾਡੇ ਗੇਟ ਨੂੰ, ਅਤੇ ਮੈਂ ਬੰਦ ਕੀਤਾ ਸੀ, ਉਦੋਂ ਦੀ ਥੋੜ੍ਹਾ ਜਿਹਾ ਉੱਥੋਂ ਨੱਸ ਗਿਆ ਜੀ। ਬਸ ਉਹ ਇਹ ਲੀਡਰਾਂ ਨੇ ਜਿਸ ਨਸਿਆ ਅੱਗੋਂ ਖੜ੍ਹੇ ਸੀ, 2 ਕੁ ਸੱਟਾਂ ਮਾਰੀਆਂ, ਕੈਨੀਆਂ ਇਹਨਾਂ ਦੇ ਕੋਲ ਸੀ, ਤੇਲ ਪਾ ਕੇ ਉੱਥੇ ਅੱਗ ਲਾ ਦਿੱਤੀ, ਕਿਉਂਕਿ ਇਹਨਾਂ ਗਲੀਆਂ ਅੱਗੋਂ ਬੰਦ ਕੀਤੀਆਂ ਸੀ, ਕੋਈ ਨੱਸ ਕੇ ਨਿਕਲ ਨਾ ਸਕੇ। ਕੱਲ੍ਹ ਅਸੀਂ ਤੁਹਾਡੀ ਕਹਾਣੀ ਸੁਣ ਰਹੇ ਸੀ ਕਿ ਬੱਚੇ ਦੀ ਜਾਨ ਵੀ ਨਹੀਂ ਨਿਕਲ ਰਹੀ ਸੀ, ਤੁਸੀਂ ਅਰਦਾਸਾਂ ਕਰ ਰਹੇ ਸੀਗੇ। ਜਾਨ ਨਹੀਂ ਨਿਕਲ ਰਹੀ ਸੀ, ਮੈਂ ਤਾਂ ਇਹ ਆਖਿਆ ਸੀ ਵੀ ਜਦੋਂ ਆਹ ਮੇਰਾ ਬੇਟਾ ਸੀ ਗੋਲਡ ਮੈਡਲਿਸਟ ਸੀ, ਅਸੀਂ ਤਸਵੀਰ ਪਤੀ ਸੀ ਮੇਰਾ, ਸੰਗਤ ਨੂੰ ਤਸਵੀਰ ਦਿਖਾਉਣਾ ਚਾਹਾਂਗੇ ਕਿ ਗੋਲਡ ਮੈਡਲਿਸਟ ਬੇਟਾ ਹੋਏ ਔਰ ਉਸ ਤੋਂ ਬਾਅਦ ਪਤੀ ਜਿਨ੍ਹਾਂ ਨੇ ਇੰਨੀ ਸੇਵਾ ਇੰਡੀਅਨ ਆਰਮੀ ਦੇ ਵਿੱਚ ਦਿੱਤੀ ਹੋਏ, ਫਿਰ ਵੀ ਸਰਕਾਰ ਦੇ ਇੱਕ ਲਾਹਨਤ ਹੈ ਬੜੀ ਵੱਡੀ ਕਿ ਸਿੱਖਾਂ ਦੇ ਨਾਲ ਇਸ ਤਰ੍ਹਾਂ ਦੀ ਨਾਇਨਸਾਫੀ। ਤਸਵੀਰਾਂ ਇੱਕ ਵਾਰੀ ਮਾਤਾ ਜੀ ਤੁਸੀਂ ਆਪ ਦਿਖਾ ਦਿਓ ਕੈਮਰੇ 'ਤੇ ਦਰਸ਼ਕਾਂ ਨੂੰ। ਕਹਾਣੀ ਜਿਹੜੀ ਇਹਨਾਂ ਦੀ ਕਾਫੀ ਦਰਦ ਭਰੀ ਹੈ, ਗੱਲਬਾਤ ਅਸੀਂ ਜਾਰੀ ਰੱਖਾਂਗੇ ਇਹਨਾਂ ਦੇ ਨਾਲ। ਅਤੇ ਮਾਤਾ ਜੀ ਤੁਸੀਂ ਕੱਲ੍ਹ ਕਹਾਣੀ ਜਦੋਂ ਦੱਸ ਰਹੇ ਸੀ, ਤੁਸੀਂ ਕਹਿ ਰਹੇ ਸੀ ਕਿ ਗੁਰੂ ਸਾਹਿਬ ਦਾ ਨਾਮ ਜਪਣ ਨੂੰ ਕਿਹਾ ਬੇਟੇ ਨੂੰ, ਕੀ ਮਾਹੌਲ ਸੀਗਾ, ਦਰਦ ਸੀ? ਪਤੀ ਮੇਰੇ ਨੂੰ ਤਾਂ ਡਰਾਇੰਗ ਰੂਮ 'ਚ ਇਸ ਤਰ੍ਹਾਂ ਮਾਰ ਦਿੱਤਾ ਸੀ ਵੀ ਜਿੱਦਾਂ
ਪਤਾ ਨਹੀਂ ਕਿੰਨੇ ਕੁ ਜ਼ਖਮ ਦਿੱਤੇ ਸੀ ਜੀ ਤੇ ਖੂਨੋ ਖੂਨ ਕੇ ਡਰਾਇੰਗ ਰੂਮ 'ਚ ਡਿੱਗ ਪਏ। ਤੇ ਜਿਹੜਾ ਬੇਟਾ ਸੀ ਉਹ ਥੋੜ੍ਹਾ ਨਸਿਆ ਸੀ, ਉਹ ਸਾਹਮਣੇ ਪਿਆ ਆਇਆ ਸੀ ਚਰਾਏ 'ਚ। ਮੈਂ ਦੌੜ ਕੇ ਫਿਰ ਉਹਦੇ ਕੋਲ ਗਈ ਤੇ ਸਵਾਸ ਥੋੜ੍ਹੇ ਉਹਦੇ ਚੱਲਦੇ ਸੀ। ਮੈਂ ਆਵਾਜ਼ ਦਿੱਤੀ, ਗੁਰਪ੍ਰੀਤ ਬੇਟਾ ਮੈਂ ਹੁਣ ਤੇਰੀ ਮਾਂ ਨਹੀਂ ਹਾਂ, ਮੈਂ ਤੈਨੂੰ ਸਭ ਕੁਝ ਬਖਸ਼ਿਆ, ਵਾਹਿਗੁਰੂ ਬੋਲ, ਮੈਂ ਤੇਰੀ ਮਾਂ ਨਹੀਂ ਹਾਂ, ਤੂੰ ਹੁਣ ਬਾਜਾਂ ਵੱਜਦਾ ਬੇਟਾ ਆ, ਉਹ ਹੀ ਸਹਾਈ ਕਰ ਸਕਦਾ ਹੈ, ਸਹਾਇਤਾ ਉਹ ਹੀ ਕਰੇ, ਤੂੰ ਉਹਦਾ ਪੋਤਿਆ, ਮੈਂ ਤੈਨੂੰ ਸਭ ਕੁਝ ਬਖਸ਼ਿਆ, ਮੇਰਾ ਬੇਟਾ ਤੂੰ ਹੁਣ ਨਹੀਂ, ਵਾਹਿਗੁਰੂ ਬੋਲ, ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਕਰ। ਬਸ ਮੈਂ ਕਿਹਾ, ਮੈਂ ਦਵਾਈ ਦਿੱਤੀ, ਮੈਂ ਕਿਹਾ ਮੈਨੂੰ ਪਾਣੀ ਦਿਓ ਕੋਈ, ਮੈਂ ਬੇਟੇ ਦੇ ਮੂੰਹ 'ਚ ਪਾ ਲਵਾਂ। ਇੱਕ ਜਨਾਨੀ ਜੱਗ 'ਚ ਪਾਣੀ ਲਿਆਈ, ਮੈਂ ਮੂੰਹ 'ਚ ਪਾਇਆ, ਸਵਾਸ ਪੂਰੀ ਹੋ ਗਈ। ਹੁਣ ਕਿਹਨੂੰ ਕਵਾਂ ਚੁੱਕ, ਉੱਥੇ ਤਾਂ ਸਭ ਮਾਰਦੇ ਨੇ, ਕੰਧਾਂ ਤੱਕ ਲੱਗਦਾ ਸੀ ਮਾਰਦੇ, ਛਾਨ ਮਾਰਦਾ, ਧਰਤੀ ਮਾਰਦੀ, ਉੱਥੇ ਤਾਂ ਦੁਸ਼ਮਣ ਨੇ ਸਾਰੇ, ਇੱਕਦਮ ਦੁਸ਼ਮਣ ਬਣ ਗਏ। ਬਸ ਇਹੀ ਜਿਹੜਾ ਜਗਸ਼ੇਰ ਆ, ਇਹ ਪਹਿਲਾਂ ਹੀ ਮੋਨਾ ਸੀ, ਇਹੋ ਹੀ ਆਇਆ। ਅਤੇ ਇੱਕ ਐਡਵੋਕੇਟ ਜਿਹੜਾ ਸਵੇਰੇ ਮੈਨੂੰ ਕਹਿ ਗਿਆ ਸੀ, ਬਸ ਉਹਨਾਂ ਸਿਰ, ਮੈਂ ਦੌੜੀ ਆ ਕੇ ਨਿੱਕੀ ਜਿਹੀ ਮੰਜੀ ਘਰੋਂ ਖੜੀ, ਅਤੇ ਉਹ ਚਾਰਪਾਈ 'ਤੇ ਲਟਾ ਕੇ ਅਤੇ ਪੈਂਟ ਵੱਲੋਂ ਮੈਂ ਫੜਿਆ, ਸਰਾਣੇ ਵੱਲੋਂ ਇਹਨਾਂ ਫੜਿਆ, ਅਤੇ ਸਹਿਜੇ ਗੇਟ ਦੇ ਅੰਦਰ, ਜਵਾਨ ਐਡਾ ਸੀ, ਗੇਟ ਦੇ ਅੰਦਰ ਥੋੜ੍ਹਾ ਜਿਹਾ ਲਟਾ ਲਿਆ। ਚਲੋ ਮੰਨਦੇ ਹਾਂ ਮਾਤਾ ਜੀ, ਪੁਲਿਸ ਤਾਂ ਉਸ ਸਮੇਂ ਹੈ ਹੀ ਸਰਕਾਰ ਦੇ ਕਾਬਜ਼ ਸੀਗੀ, ਲੇਕਿਨ ਤੁਹਾਡੇ ਪਤੀ ਨੇ ਜਿਹੜੇ, ਉਹਨਾਂ ਨੇ ਇੰਨੀ ਲੰਬੀ ਸੇਵਾ ਦਿੱਤੀ ਆਰਮੀ ਦੇ ਵਿੱਚ, ਅਤੇ ਆਰਮੀ ਵਾਲਿਆਂ ਨੇ ਬਿਲਕੁਲ ਤੁਹਾਡੀ ਸਹਾਇਤਾ ਨਹੀਂ ਕੀਤੀ, ਆਰਮੀ ਵੀ ਉਹਨਾਂ ਦੇ ਕਾਬਜ਼ ਹੋ ਗਈ ਸਰਕਾਰ? ਨਹੀਂ, ਆਰਮੀ ਨੇ ਕੀ ਸਹਾਇਤਾ ਕਰਨੀ ਸੀ। ਜਦੋਂ ਤੁਹਾਨੂੰ ਕੱਲ੍ਹ ਦੱਸਿਆ ਸੀ ਆਤੀ ਵੀ ਮੇਜਰ ਜਾਦਵ ਮੇਰੇ ਵੀਰਾਂ ਦਾ ਕੋਈ ਦੋਸਤ ਸੀ MES ਦਾ, 2 ਤਰੀਕ ਨੂੰ ਪੁਲਿਸ ਚੌਂਕੀ ਗਈਆਂ, ਅਤੇ ਤੁਹਾਨੂੰ ਦੱਸਿਆ ਸੀ 6 ਵਜੇ, ਅਤੇ ਉਹਨਾਂ ਮੈਨੂੰ ਝਿੜਕਿਆ, ਪੁਲਿਸ ਵਾਲਿਆਂ ਨੇ भाग गया ਸੀ, आपके मर के तो क्या हुआ, अभी तो बहुत मरेंगे, अभी तो बहुत मर रहे हैं, जब सब मर जाएंगे इकट्ठा हो गया सबका। फिर घर आ गई, घर आईਆਂ ਅਤੇ ਆਉਂਦਿਆਂ ਨੂੰ ਸ਼ਾਮ ਹੋ ਗਈ ਸੀ, 6 ਵੱਜ ਗਏ, ਅਤੇ ਉਹ ਪੰਡਤਾਂ ਨੇ ਮੇਰੇ ਬੱਚੇ ਘਰੋਂ ਧੱਕੇ ਮਾਰ ਕੇ ਕੱਢ ਦਿੱਤੇ, ਕਹਿੰਦੇ ਜਾਓ ਹमें भी ਮਰਵਾਓਗੇ। ਮੈਂ ਬੱਚਿਆਂ ਨੂੰ ਆਖਿਆ ਕਿਉਂ ਆ ਗਏ ਹੋ, ਅਜੇ ਤੇ ਕਾਤਲ ਫਿਰ ਰਹੇ ਨੇ। ਅਤੇ ਉਹ ਆਂਦੀ ਮੰਮੀ ਕੀ ਕਰੀਏ, ਉਹਨਾਂ ਤੇ ਘਰੋਂ ਕੱਢ ਕੇ ਤਾਂ ਕੁੰਡਾ ਮਾਰ ਲਿਆ, ਆਂਦੇ ਹमें ਵੀ ਮਰਵਾਓਗੇ। ਫਿਰ ਮੈਂ ਛੱਤ 'ਤੇ ਲੰਮੇ ਪਾ 'ਤੇ, ਮੈਂ ਕਿਹਾ ਮੈਨੂੰ ਕੋਈ, ਮੈਂ ਇਹਨਾਂ ਨੂੰ ਸਮਝਾ ਦਿੱਤਾ ਵੀ ਜੇ ਮੈਨੂੰ ਥੱਲੇ ਕੋਈ ਮਾਰ ਵੀ ਦੇ ਬੇਟਾ ਥੱਲੇ ਨਾ ਉਤਰੇ, ਮੇਰੇ ਸਮਝ ਸੀ ਵੀ ਮਿਲਟਰੀ ਆ ਜਾਏਗੀ, ਮੈਨੂੰ ਨਹੀਂ ਸੀ ਪਤਾ ਕੁਛ ਨਹੀਂ ਹੋਣਾ, ਮਾਰਨੇ ਨੇ। ਚਲੋ ਦਿਨ ਚੜ੍ਹਿਆ, ਸਾਹਮਣੇ 3 ਭਰਾ ਮੇਰੇ ਮਾਮਾ ਜੀ ਦੇ ਲੜਕੇ ਲੁਕੇ ਸੀ ਕੋਠੀ 'ਚ, ਉਹਨਾਂ ਸਵੇਰੇ ਮੈਨੂੰ ਵੇਖ ਕੇ, ਅਤੇ ਉਹ ਰਜਨੀ ਦੇ ਘਰ ਸੀ, ਉਹਨੇ ਬਾਹਰੋਂ ਤਾਲਾ ਮਾਰਤਾ। ਉਹ ਦਿਨ ਚੜ੍ਹਿਆ, ਕਾਤਲ, ਉਹਨਾਂ ਆਖਿਆ ਵੀ ਹੁਣ ਕਾਤਲ ਗਲੀਆਂ 'ਚੋਂ ਚਲੇ ਗਏ ਸੀ, ਅਤੇ ਉਹਨੇ ਵੱਡੇ ਭਰਾ ਨੇ ਮੇਰੇ ਸਾਹਮਣੇ ਛਾਲ ਮਾਰਤੀ। ਬਸ ਮਾਰਨ ਦੀ ਦੇਰ ਸੀ, ਗਲੀ ਉੱਥੋਂ ਗੁਆਂਢੀ ਆਂਢੀ ਨਿਕਲ ਆਏ, ਭੱਜ ਚਲੇ, ਠੇਕੇਦਾਰ ਭੱਜ ਚਲੇ, ਘਰਾਂ 'ਚੋਂ ਨਿਕਲ ਕੇ ਥੋੜ੍ਹੀਆਂ ਜਿਹੀਆਂ ਸੱਟਾਂ ਮਾਰੀਆਂ, ਅਤੇ ਕਹਿੰਦੀਆਂ ਲਿਆ ਕੇ ਆਪਣੇ ਘਰਾਂ ਤੋਂ ਤੇਲ ਉਹਦੇ 'ਤੇ ਪਾ ਕੇ ਉੱਥੇ ਸਾਹਮਣੇ ਮੇਰੇ ਅੱਗ ਲਾ ਦਿੱਤੀ। ਬੱਚਿਆਂ ਦੇ ਮਾਮਾ ਜੀ ਨੂੰ ਅੱਗ ਲਾਤੀ, ਮੈਂ ਥੱਲੇ ਹੋ ਜਾਓ, ਹੁਣੇ ਆਉਂਦੇ ਸਾਨੂੰ ਵੀ ਲਾਉਣ। ਬਸ 2 ਭਰਾ ਪਿੱਛੋਂ ਦੀ ਨਸੇ, ਅਤੇ ਉਹਨਾਂ ਨੂੰ ਪਾਕ ਮਲਹੂਨ ਉਮਰ ਕੈਦ ਜਿਹਨੂੰ ਹੋਈ ਹੈ, ਇਹਨੇ ਗੋਲੀ ਮਾਰਤੀ ਅਤੇ ਉਹਨੂੰ, ਉਹ ਵੀ ਢੇਰ ਕਰ ਦਿੱਤੇ। ਹੁਣ 5 ਮਰ ਗਏ। ਫਿਰ ਮੈਂ ਕਿਹਾ ਹੁਣ ਤਾਂ ਜਾ ਕੇ ਆਖਾਂ ਉਹਨਾਂ ਨੂੰ, ਪੁਲਿਸ ਵਾਲਿਆਂ ਨੇ ਵੀ ਜ਼ਾਲਮੋ, ਹੁਣ ਤਾਂ ਢੇਰ ਲੱਗ ਗਏ, ਹੁਣ ਤਾਂ ਬਹੁਤ ਮਰ ਗਏ, ਹੁਣ ਤਾਂ ਸੁਣ ਲਓ। 2 ਤਰੀਕ ਨੂੰ ਜਦ ਗਈਆਂ ਤਾਂ ਉੱਥੇ ਪੁਲਿਸ ਦੀ ਗੱਡੀ ਉਹਨਾਂ ਹੀ ਖਲੋਤੀ ਸੀ ਮੋੜ 'ਤੇ, ਅਤੇ ਉੱਥੇ ਵਾਹਵਾ ਭੀੜ ਵੀ ਖਲੋਤੀ ਸੀ। ਮੈਂ ਉੱਧਰ ਨੂੰ ਹੋ ਗਈ ਵੀ ਪੁਲਿਸ ਤਾਂ ਇੱਥੇ ਹੀ ਆ, ਹੁਣ ਮੈਂ ਇੱਥੇ ਕਹਿੰਦੀ ਹਾਂ। ਬਸ ਸੱਜਣ ਕੁਮਾਰ ਆਇਆ ਸੀ, ਪਰ ਅਜੇ ਮੀਟਿੰਗ ਹੋਣ ਡਈ ਸੀ, ਜਦੋਂ ਨਿਕਲਿਆ ਵਾ ਮੈਂ ਤਾਂ ਸੱਜਣ, ਮੈਨੂੰ ਇੱਕ ਮੁੰਡਾ ਸੀ ਪਹਿਲਾਂ ਸਿੱਖਾਂ ਦਾ ਹੀ ਮੋਨਾ ਸੀ, ਆਖਣ ਲੱਗਾ ਭਾਈ ਆਂਟੀ ਇੱਥੇ ਸੱਜਣ ਕੁਮਾਰ ਆਇਆ, ਤੁਸੀਂ ਉਹ ਮੇਰੇ ਭਰਾਵਾਂ ਦੇ ਆਉਣ ਜਾਣ ਸੀ ਘਰ, ਤੁਸੀਂ ਉਹਨਾਂ ਨੂੰ ਆਖੋ ਸੰਸਕਾਰ ਦੀ ਗੱਲ ਸੀ, ਸੰਸਕਾਰ ਕਰਨੇ ਸੀ, ਅੱਜ ਦੂਜਾ ਦਿਨ ਸੀ। ਜਦੋਂ ਉਹ ਨਿਕਲਿਆ ਅਤੇ ਉਹ ਪੁਲਿਸ ਦੀ ਗੱਡੀ 'ਤੇ ਉਹਨੇ ਪੈਰ ਰੱਖਿਆ, ਅਤੇ ਉਹ ਮਾਈਕ ਫੜਿਆ, ਹਾਰਨ ਉੱਤੇ ਲੱਗਾ ਸੀ, ਅਤੇ ਆਖਣ ਲੱਗਾ ਵੀ ਜਿਨ੍ਹਾਂ ਨੇ ਸਿੱਖਾਂ ਨੂੰ ਲੁਕਾਇਆ ਨਾ ਆਪਣੇ ਘਰ, ਹਿੰਦੂਆਂ ਨੇ, ਉਹਨਾਂ ਦੇ ਘਰ ਵੀ ਜਲਾਓ, ਉਹਨਾਂ ਕੋ ਵੀ ਮਾਰੋ। ਇਹ ਅਨਾਊਂਸਮੈਂਟ ਕੌਣ ਕਰ ਰਿਹਾ ਸੀ? ਸੱਜਣ ਕੁਮਾਰ ਕਰ ਰਿਹਾ ਸੀ। ਬਸ ਫਿਰ ਕਿਹਨੇ ਲਗਾਉਣਾ ਸੀ, ਉਹਨਾਂ ਨੂੰ ਵੀ ਕੱਢ ਦਿੱਤਾ ਸਾਰਿਆਂ ਜਿਹੜੇ ਲੁਕੇ ਸੀ। ਫਿਰ ਉਹ ਜਿਹੜਾ ਉਹ ਤਾਂ ਆ ਕੇ ਚਲੇ ਗਿਆ, ਅਤੇ ਜਿਹੜਾ SHO ਸੀ ਉਹ ਗੱਡੀ ਲੈ ਕੇ, ਮਤਲਬ ਇੱਕ ਫਰੇਮ 'ਚ ਆਇਆ ਸੀ ਮੇਨ ਸੜਕਾਂ ਦੇ ਉੱਤੇ, ਦੇਖਤੇ ਗੋਲੀ ਮਾਰ ਦੇਂਗੇ, ਕਰਫਿਊ ਲੱਗਿਆ। ਉਹ ਲੰਮੇ ਰਸਤੇ ਆਇਆ ਅਤੇ ਮੈਂ ਛੋਟੇ ਰਸਤੇ ਆਈ, ਅਤੇ ਕਰਫਿਊ ਲੱਗ ਗਿਆ। ਮੈਂ ਜਦੋਂ ਸਾਹਮਣੇ ਕੋਠੀ 'ਤੇ ਮੇਰੇ ਆ ਗਿਆ, ਉਹ ਲੰਮੇ ਰਸਤੇ, ਜਦੋਂ ਮੈਂ ਛੋਟੇ ਰਸਤੇ ਆਈ ਆਪਣੀ ਕੋਠੀ ਦੇ ਸਾਹਮਣੇ ਆਈ, ਅਤੇ ਉਹ ਜਿਹੜੇ ਦੰਗਈ ਸੀ ਜਿਹੜੇ
ਕਾਤਲ ਸੀ ਉਹ ਇੱਧਰ ਦੱਸਣ ਲੱਗੇ ਕਰਫਿਊ ਲੱਗ ਗਿਆ। ਅਤੇ ਆਣ ਕੇ ਮੇਰੇ ਦਰਵਾਜ਼ੇ ਅੱਗੇ ਆਣ ਕੇ ਖਿੜਖੜਾ ਕੇ ਹੱਸ ਕੇ ਉਹਨਾਂ ਨੂੰ ਆਂਦਾ ਕਰੋ ਕਰੋ ਕਰੋ, ਕਿਤਨੇ ਮੁਰਗੇ ਬੂਝ लिए, ਇਹ SHO ਆਖ ਰਿਹਾ, ਕਿਤਨੇ ਮੁਰਗੇ ਬੂਝ लिए, ਕਰੋ ਕਰੋ ਸ਼ਾਬਾਸ਼। ਮੇਰੀ ਕੋਠੀ ਕੋਈ ਸੁਣਵਾਈ ਨਹੀਂ ਸੀ, ਕੋਈ ਸੁਣਨ ਵਾਲਾ ਨਹੀਂ ਸੀ, ਸਿੱਖਾਂ ਦਾ ਕੁਛ ਰਹਿ ਹੀ ਨਹੀਂ ਗਿਆ। ਮੁਰਗੇ ਭੁੰਨੋ ਹੈ ਨਾ, ਅਤੇ ਸੁਣਵਾਈ ਕਿਹਨੇ ਕਰਨੀ ਸੀ ਦੱਸੋ ਮੈਨੂੰ। ਫਿਰ ਦੁਪਹਿਰ ਹੋਈ ਅਤੇ ਇੱਕ ਮੇਜਰ ਜਾਦਵ ਇਹਨਾਂ ਦਾ ਖੀਰ ਉਹਨਾਂ ਦਾ MES ਦਾ ਸੀ, ਉਹ ਆਇਆ ਲੈਣ। ਮੈਨੂੰ ਕਹਿਣ ਲੱਗਾ ਚਲੋ ਭੈਣ ਜੀ। ਮੈਂ ਕਿਹਾ ਮੈਂ ਨਹੀਂ ਜਾਣਾ, ਅੱਜ 2 ਦਿਨ ਹੋ ਗਿਆ, ਡੈਡ ਬੋਡੀਆਂ ਪਈਆਂ, ਮੈਂ ਸੰਸਕਾਰ ਕਰਨਾ ਕਿਸੇ ਤਰ੍ਹਾਂ। ਉਹ ਆਖਣ ਲੱਗਾ ਭੈਣ ਜੀ ਇੱਧਰ ਤਾਂ ਕੋਈ ਸੁਣਤਾ ਨਹੀਂ ਹੈ, ਅਤੇ ਤੁਸੀਂ ਆਦਮੀ ਵਾਏ ਆਪਣਾ ਆਦਮੀ ਚੁੱਕ ਲੈਂਦੇ ਆ, ਤੁਸੀਂ ਜਾ ਕੇ ਆਪਣੇ ਦਫ਼ਤਰ 'ਚ ਕਹੋ। ਬੈਠ ਗਈ। ਫਿਰ ਉਹ ਪਰੇਡ ਗਰਾਊਂਡ ਉਹਨੇ ਉਤਾਰ ਦਿੱਤਾ, ਬੱਚੇ ਉੱਥੇ ਛੱਡ ਦਿੱਤੇ। ਮੈਨੂੰ ਇੱਕ ਮੇਜਰ ਭਾਟੀਆ ਸੀ, ਉਹ ਲੈ ਗਿਆ ਇਹਨਾਂ ਦੇ ਦਫ਼ਤਰ ਆਰਮੀ ਦੇ। ਉੱਥੇ ਗਈਆਂ ਅਤੇ ਉਹ ਮੇਜਰ ਸਾਹਿਬ ਨੇ ਦੱਸਿਆ ਵੀ ਜਨਰਲ ਸਾਹਿਬ ਆਏ ਨੇ, ਅਤੇ ਉਹਨਾਂ ਨੂੰ ਕਹਿੰਦੇ ਆ ਚਲੋ ਚੰਗਾ ਹੈ ਤੁਸੀਂ ਆ ਗਏ, ਅਤੇ ਉਹ ਸੁਣਨਗੇ ਤੁਹਾਡੀ ਗੱਲ। ਬੈਠੀ ਰਹੀ 2 ਘੰਟੇ। ਮੈਂ ਕਿਹਾ ਮੇਰੀ ਗੱਲ ਕਰਵਾਉਂਦਾ, ਮੀਟਿੰਗ 'ਤੇ ਬੈਠ ਕੇ ਮੀਟਿੰਗ ਤੋਂ ਉੱਠਣਗੇ ਅਤੇ ਆਪ ਦੀ ਗੱਲ ਸੁਣਨਗੇ। 2 ਘੰਟੇ ਬੈਠੀ ਰਹੀ। ਸ਼ਾਮ ਹੋ ਗਈ ਉਹਨੇ ਚਿਰ ਨੂੰ, ਅਤੇ ਭਾਟੀਆ ਸਾਹਿਬ ਆਏ ਅਤੇ ਆਂਦੇ बहन जी चलो बैठो गाड़ी पे। मैं क्या भैया क्या कर रहा, मेरी जनरल साहब से बात करो, आज 2 दिन हो गया, दूसरी रात फिर हो गई है, डेड बॉडियाँ पईयां ने, मैं संस्कार करना है। कहता बहन जी चलो। मैं क्या क्या भैया क्या कर रहा, मेरी बात तो कर। कहता बहन जी वो तो गए। मैं क्या मेन गेट पर तो मैं खड़ी हाँ, इधर की कोई जीप ही नहीं गई। कहता बहन जी एक पीछे से गेट है उधर से चल गई। जनरल साहब ने गल नहीं करनी, आर्मी भी गल नहीं सुनती, पुलिस मैनू दबके मारती भी नासे तो। तो एक SHO आंदा मुर्गे किन्ने कौन ले, तो सुनेगा कौन। एक राजनीतिक आ गया उधर MP भी जिन्होंने घर लुकाए ने सिख, उन्होंने भी साड़ो कौन सुनेगा। साड़ी तो कदर ये सी भी जरा कोई जानवर ही, मैं कहनी जानवरों भी ऐसी मौत नहीं देंगे जिदा इन्हों निके निके बच्चे गैसा से भुन्ने, छोटे छोटे बच्चों के सिर वढ़ वढ़ के थालियां च रख के मावां दे अगे रखे। मतलब कि दसीए बहुत बेताशा ही। इहो तो मेरे मन च क्रोश सी भी बहना नहीं लड़ना। चलो जनरल तो भी जवाब हो गया, पुलिस भी हुण पता लग गया भी हुण किसी नहीं चुकना। घर आ गई रात, घर आ गई जदों शाम नूं, वो बड़े बड़े बल्ब लाए तो बदमाश रात नूं 2 तरीक रात नूं हले हले हा पता नहीं की हाकरा मारन। फिर मैनूं डर लगा भी कर्नल साहब ਵੱਡੇ ਵੱਡੇ ਬਲਬ ਜਿਹੜੇ ਆ ਰੋਸ਼ਨੀ ਦਿਖਾਉਣ ਵਾਸਤੇ ਨਹੀਂ, ਸਿਰਫ ਸਿੱਖਾਂ ਨੂੰ ਲੱਭਣ ਵਾਸਤੇ ਲਗਾਏ। ਵੀ ਰਾਤ ਦਾ ਹਨੇਰਾ ਲੱਗ ਕੇ ਕੋਈ ਨੱਸ ਨਾ ਜਾਵੇ, ਇਸ ਕਰਕੇ ਸੀ रोशनी तां कीती सी भी कोई कीड़ी भी तुरदी दिसे भी कोई रात का हनेरा समझ के कोई इधर उधर नसना। सड़क अटैच होंदियां सी हैं, तो वो फिर बस मेजर ਜਿਹੜਾ ਮੇਜਰ ਸਵੇਰੇ ਲੈ ਕੇ ਗਿਆ ਸੀ ਉਹ ਮੈਨੂੰ ਛੱਡਣ ਨਾ ਆਵੇ। ਤੇ ਫਿਰ ਸੰਸਕਾਰ ਤੁਸੀਂ ਫਿਰ ਕਿੱਦਾਂ ਕੀਤਾ? ਨਹੀਂ ਉਹ ਮੈਨੂੰ ਛੱਡਣ ਨਾ ਆਵੇ। ਅੱਛਾ 2 ਤਰੀਕ ਰਾਤ ਨੂੰ ਮੈਂ ਸਵੇਰੇ ਲੈਣ ਗਈ, ਹੁਣ ਜਾਊਂਗਾ ਤੇ ਉਹ ਮੈਨੂੰ ਮਾਰ ਦੇਣਗੇ, ਸਾੜ ਦੇਣਗੇ ਵੀ ਮੈਂ ਤੁਹਾਡਾ ਰਿਸ਼ਤੇਦਾਰ ਹਾਂ, ਮੈਂ ਨਹੀਂ ਜਾਣਾ। ਫਿਰ ਭਾਟੀਆ ਮੁੱਕ ਗਿਆ, ਮੈਂ ਨਹੀਂ ਜਾਣਾ। ਉਹ ਜਦੋਂ ਫਿਰ ਪਰੇਡ ਗਰਾਊਂਡ 'ਚ ਆਈ ਅਤੇ ਜਦੋਂ ਮੁੱਕਿਆ ਮੈਂ ਨਹੀਂ ਜਾਣਾ। ਫਿਰ ਇੱਕ ਕਰਨਲ ਸਾਹਿਬ ਪਰਾਂ ਰਹੇ ਸੀ ਪਰੇਡ ਗਰਾਊਂਡ, तो आखन लगा भी भैन जी फिर ऐसा करो तो कर्नल साहब ने बोलो जी, वो आखन के मैं छड़ आऊँ क्योंकि किसी ने पता तो लगे मैं गया वहाँ। जी जी चलो हर किसी की अपनी सेफ्टी जी। मैं कर्नल साहब ने कहा तो कर्नल साहब मैनू समझाउण लगे भी उधर तो मार काट चल रही है, तू फिर चल रही है। मैं मैं मरन जा रही हाँ, मैनू ये ना गल पुछो। डेड बॉडियाँ पईयां ने ते मैं संस्कार करना। चलो जी रात मेजर भाटिया ने मेजर जादव ने मैंने बिठा लिया। इतने रस्ते च हुण भेत खोलदा आ, कहंदा भैन जी देखो ऊपर से तो कोई आर्डर नहीं, सिखा नूं तू आर्डर नहीं सी बचाउण दा। अच्छा एक आर्मी अफसर कह रहा है। तो मैं अपनी रिस्क पे गया था, भाई साहब मेरे भाइयों जैसे थे मल्ली साहब, उन्होंने मल्ली एंड कंपनी से। तो कहाँ जाओगे बताओ? मैं क्या मैंने पुलिस चौकी उतारिया। रात वो पुलिस चौकी उतार गया। जदों नीरा होया वो आके दरोगे आके भी FIR लिख लियो तो चल जाएगी। नीरा होया आखेंगे SHO साहब लिखेंगे, मैं नहीं। SHO साहब आए, इन्ने गुंडे वो नाल आया, सारी चौकी भर गई। उन्होंने पूछण भी अतवादी ने 10 घर
पार्ट 2 वो मिलिट्री रिटायर मिलिट्री अफसर थी। उनका क्या करना, उनके पास असला है। तो SHO साहब आना भाई चलो हल्ला करो तो हम आते हैं पीछे। चलो वो तो चल गए। फिर मैं दरोगे ने कहा भाई साहब मैं सुबह आ जाऊँगी, वो तो बिजी है अब, क्योंकि रात सी मैं तो डरा भी मैं तो गलत जगह पर पै गई हूँ, पता मेरा की होएगा। बस बाहर निकलियाँ, कुछ मुंडे मगर पे मारो 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 किदा किदा बाज बचा के अपने घर गई। फिर वेखा भी इन्ना ही रोशनी की आ बदमाश फिरदे, हुण मैं की करा। फिर मैं एक ओम प्रकाश सी इन्हां दे फोर्थ क्लास का सी मरोली रोड ते ओहदे घर गई हैं, रात उत्थे कट्टी। फिर हुण मैं उत्थे चल गई जिथे 10 घर मारन जाना ना। सारी रात चीकां वजदी रहियां, लिया लिया के पार्क विच उन्हां नूं अग्गां लाउंदे रहे। छत्तां पाड़ फाड़ के छत्तां दे उत्तों अग्गां सुट्टियां उन्हां दे घर समेत परिवार जला दित्ते। फिर जिंदे उपरों जला के सुट्टे गए घरां दे नहीं अग्गां लाइयां घरां दे विच। उन्हां नूं डर काहदा, पुलिस दे नाल गोलियां चलाउण डई सी, उन्हां दे नाल मारन डई सी। फिर बस 3 तरीक नूं अपने घर गई हैं। फिर सियाने सियाने आदमी आए मेरे को, फिर बहन जी देखो 3 दिन हो गया जी डेड बॉडी पड़ी है, इनका क्या करना है। मैं कहा भाई साहब बाप बेटे को एक जगह पे करो, मेरे घर का फर्नीचर बाड़ी खिड़की जो भी बच गई इन्होंने उत्ते पा दें तो इतने संस्कार कर दो। फिर बस घर में ही वो सारा कुछ इकट्ठा करके बाप बेटे का घर में ही संस्कार किया। मैं आप ही उतर के फिर अरदास की तो बस फिर मैनू लभन लग पे मारनी सी सरदार नहीं कितने चली गई। फिर उन्हें मैनू पाथियां जिहा गीरा ला के पिछे लगा के बिठाता। फिर 3 तरीक को फिर शामी जे एयरफोर्स के जवान ट्रक लैके आ गए सी। फिर उन्हें एक कांस्टेबल जीप जी आई, उन्हें बेचारे चंगे आदमी सो आखन लगे भी एक भैन जी है उन्हें लै जाओ किस तरह बचा के। तो आखन लगे इतने लिया ना इतने नहीं लिया सकते, जहाँ नहीं लिया सकते। उत्थे बूहे के अगे खड़ के वो गड्डी तो मैनू जीप च बिठा के लम्मी पा के तो पुलिस चौकी लाए। तो एयरफोर्स के जवान आए सी ते FIR 3 तरीक को लिखाई भी लिख, वो लिखता ही नहीं सी। वो आंदा सी जिन्हां दे तू लां लै रही हो पता कौन है, बस नहीं लिखे। और 2 अक्षर लेके साइन करके मैंने फड़ाती। फिर 12 के दिन बाद फिर गई FIR लैन। फिर वही 2 बेटे का नाम लिख दिता, रहिंदा लिखता थले दफावां लातियां, मोहर ला के साइन करके मैंने फड़ाते। मैं फिर वो सारे रिकॉर्ड जेडे लैमीनेशन करा के करके तो सांभ ले भी मेरे काम आउणगे। फिर 85 च रंगानाथ मिश्रा ने एफिडेविट भेजा बाई नेम। फिर 2000 च बैठा रंगा अपना नानावती कमीशन उदों का लिया। फिर आके गवाही दे के गई। फिर बस ये तो चली रही हैं पर सुना ही कोई नहीं सी। फिर इन्हें जो नानावती कमीशन की फाइल आईया फाइलां उन्हें इन्हें दोषी करार देता तो मेरी फाइल ही लगा ली, ओपन ही ना करना। हाँ फिर सारी पार्लीमेंट खड़ी हुई, बड़े सारे जेड़े सारिया पार्टियां ने वो फाइल लिया वो की है कड्डो। वो फिर फाइल उन्होंने प्रधानमंत्री को चल गई 2005 उन्हें वेख्या मनमोहन सिंह सी उदों। फिर उन्हें CBI नूं देते। फिर CBI 2008 तक इनकुआरी करती रही, मेरे को अफसर जाते निकलिया तो उत्थों भी कुछ नहीं होना, सरकार तो वही सी। फिर निकले आए भी मेरा केस 2010 केस चल पिया। फिर मैंने धमकियाँ चुकन पता नहीं की कुछ किया, करोड़ों रुपया दी ऑफर पता। जो भी पता लगा भी ये ठकराउंदे ने, फिर एक बार मैंने उतों अंमृतसर चुकन चले गए सी। एक बार बूहे टप के रात आ गए सी। फिर की ਤੁਹਾਨੂੰ ਖਰੀਦਣ ਦੀ ਜਿਸ ਤਰ੍ਹਾਂ ਕਿ ਗਵਾਹ ਖਰੀਦਦੇ ਨੇ ਕਿ ਵੀ ਕੁਝ ਤੁਸੀਂ ਬੋਲੋ ਉਹਨਾਂ ਦੇ ਖਿਲਾਫ ਗਵਾਹੀ ਨਾ ਦਿਓ, ਤੁਹਾਨੂੰ ਲਾਲਚਾਂ ਵੀ ਦਿੱਤੀਆਂ। 2 ਕਰੋੜ ਰੁਪਇਆ ਦਿੰਦੇ ਆ, ਪੰਚਕੂਲੇ ਪਲਾਟ ਦੇ ਦਿੰਦੇ ਆ। ਅਸੀਂ ਆਖਿਆ ਵੀ ਨਹੀਂ, ਮੁੰਡੇ ਨੂੰ ਧਮਕੀਆਂ ਦੇਣ ਲੱਗੇ ਵੀ ਤੁਹਾਡਾ ਅੱਗੇ ਕੁਛ ਨਹੀਂ ਰਿਹਾ, ਤੂੰ ਹੈਗਾ ਆ ਉਹ ਬੜੇ ਬੁਰੇ ਆ, ਤੇਰੀ ਮਾਂ ਵੀ ਉਹਨਾਂ ਮਾਰ ਦੇਣੀ ਆ, ਤੈਨੂੰ ਵੀ ਨਹੀਂ ਛੱਡਣਾ ਤੇ ਤੁਸੀਂ 2 ਕਰੋੜ ਰੁਪਇਆ ਲੈ ਕੇ ਪੰਚਕੂਲੇ ਪਲਾਟ ਲੈ ਲਓ। ਅਸੀਂ ਆਖਿਆ ਜੋ ਮਰਜ਼ੀ ਕਰੋ, ਅਸੀਂ ਸੱਚ ਦੱਸਣਾ ਆ, ਸਾਨੂੰ ਪੈਸੇ ਦੀ ਲੋੜ ਨਹੀਂ। ਬਾਅਦ ਵਿੱਚ ਫਿਰ ਆਖਣ ਲੱਗੇ ਵੀ 8 ਕਰੋੜ ਰੁਪਇਆ ਦਿੰਦੇ ਆ ਤੇ ਜਿਹੜੇ ਮੁਲਕ 'ਚ ਆਖੋ ਤੁਹਾਨੂੰ ਪੱਕੇ ਕਰਾ ਦਿੰਦੇ। ਅਸੀਂ ਆਖਿਆ ਅਸੀਂ ਕੌਮ ਨੂੰ ਕੀ ਮੂੰਹ ਖਾਵਾਂਗੇ ਜੀ। ਤਾਂ ਆਖਣਗੇ ਕੌਮ ਸਿੱਖ ਭਰਾਈ ਵਿੱਚ ਦਲਾਲ ਸੀ। ਤਾਂ ਆਖਣਗੇ ਕੌਮਾਂ ਕਦੀ ਕਿਸੇ ਦੀਆਂ ਬਣਦੀਆਂ ਨੇ? ਅੱਜ ਤੱਕ ਦੱਸੋ ਕੌਮਾਂ ਨੇ ਕਿਹਨੂੰ ਪੁੱਛਿਆ?
ਮੈਂ ਕਿਹਾ ਨਾ ਬਣ, ਮੈਂ ਵੀ ਇੱਕ ਕੌਮ ਹੀ ਹਾਂ, ਮੈਂ ਵੀ ਕੌਮ ਦਾ ਹਿੱਸਾ ਹੀ ਹਾਂ। ਜੇ ਨਾ ਵੀ ਕੌਮਾਂ ਪੁੱਛਣਗੀਆਂ ਤਾਂ ਫਿਰ ਕੀ ਹੋ ਗਿਆ। ਅਤੇ ਮੈਂ ਆਪਣੀ ਜਿਹੜੀ ਸੱਚਾਈ ਆ ਉਹ ਮੈਨੂੰ ਤਾਂ ਅੱਜ ਤੱਕ ਇਹ ਨਹੀਂ ਪਤਾ। ਮੈਂ ਇਹ ਪੁੱਛਣੀ ਆ ਵੀ ਸਾਨੂੰ ਇੰਦਰਾ ਗਾਂਧੀ ਨੂੰ ਤਾਂ ਸਜ਼ਾ ਦਿੱਤੀ, ਉਹਨੇ ਹਰਿਮੰਦਰ ਸਾਹਿਬ ਢਾਹਿਆ, ਕਿਸੇ ਕੌਮ ਦੀ ਆਬਰੂ ਅਣਖ ਢਾਹ ਸੁੱਟੀ, ਉਹਨੂੰ ਸਜ਼ਾ ਮਿਲੀ ਮੌਤ। ਤਾਂ ਮੈਨੂੰ ਅੱਜ ਤੱਕ ਹੀ ਨਹੀਂ, ਮੈਂ ਅਦਾਲਤਾਂ ਕੋਈ ਪੁੱਛ ਨਹੀਂ, ਮੈਨੂੰ ਇੱਕ ਵਾਰੀ ਦੱਸੋ ਵੀ ਸਾਨੂੰ ਸਜ਼ਾਏ ਮੌਤ ਕਾਹਦੀ ਦਿੱਤੀ। ਮੇਰਾ ਪਿਤਾ ਜੀ ਤਾਂ ਫਰੀਡਮ ਫਾਈਟਰ ਸੀ, ਆਜ਼ਾਦੀ ਦੀਆਂ ਲੜਾਈਆਂ ਲੜਦੇ ਸੀ, ਅਤੇ ਪਤੀ ਮੇਰਾ ਆਰਮੀ ਵਿੱਚ ਸੀ। ਮੈਂ ਤਾਂ ਆਪਣੇ ਪਿਓ ਨੂੰ ਵੀ, ਭਗਤ ਸਿੰਘ ਨੂੰ, ਇਹਨੇ ਕੀ ਲਿਆ ਜੇ ਆਜ਼ਾਦੀ ਦੀ ਲੜਾਈ ਲੈ ਕੇ, ਕਿਹੜਾ ਨਾਮ ਮਿਲਿਆ, ਸਜ਼ਾਏ ਮੌਤ ਮਿਲੀ ਹੈ ਨਾ। ਕੀ ਆਜ਼ਾਦੀ 'ਚੋਂ ਕਿਹੜਾ ਨਾਮ ਮਿਲਿਆ, ਕੀ ਲੈਣਾ। ਸਾਡਾ ਤਾਂ ਕੋਈ ਵਤਨ ਹੀ ਨਹੀਂ। ਸਾਨੂੰ, ਮੈਂ ਤਾਂ ਉਦਣ ਆਉਂਦੀ ਸਾਂ ਲਾਸ਼ਾਂ ਕੋ ਬੈਠੀ ਵੀ ਹੁਣ ਕਿਸ ਨੂੰ ਵਤਨ ਕਹੀਏ, ਸਾਡਾ ਤਾਂ ਕੋਈ ਵਤਨ ਹੀ ਨਹੀਂ ਕਿ ਕਿਹੜੀ ਆਜ਼ਾਦੀ ਲੈ ਕੇ ਦੇ ਗਿਆ ਉਹ। ਮਾਤਾ ਜੀ ਹੁਣ ਸੱਜਣ ਕੁਮਾਰ ਅੰਦਰ ਹੋਇਆ, ਹਰ ਵਾਰ ਕਦੀ ਕਰੋਨਾ ਦਾ ਬਹਾਨਾ ਜਾਂ ਆਪਣੇ ਆਪ ਨੂੰ ਬਿਮਾਰੀ ਦਾ ਬਹਾਨਾ ਲਾ ਕੇ ਬੇਲ ਲੈਣ ਦੀ ਕੋਸ਼ਿਸ਼ ਕਰ ਰਿਹਾ, ਲੇਕਿਨ 2 ਸਾਲ ਤੋਂ ਅੰਦਰ ਹੈ, ਤਕਰੀਬਨ 2018 ਤੋਂ ਹੀ। ਅਤੇ ਕਮਲ ਨਾਥ ਕੋਲ ਹਲੇ ਵੀ ਵਜ਼ੀਰੀ ਹੈ, ਲੜਾਈ ਹਲੇ ਲੰਬੀ ਹੈਗੀ ਹੈ, 36 ਸਾਲ ਹੋ ਚੁੱਕੇ ਨੇ। ਅਤੇ ਕੀ ਲੱਗਦਾ ਹੈ ਜਿਹੜਾ ਹੁਣ ਤੱਕ ਥੋੜ੍ਹਾ ਬਹੁਤ ਇਨਸਾਫ ਜਿਹੜਾ ਸਿੱਖਾਂ ਨਾਲ ਹੋਇਆ ਸੱਜਣ ਕੁਮਾਰ ਦੇ ਅੰਦਰ ਜਾਣ ਨਾਲ, ਅਤੇ ਕਮਲ ਨਾਥ ਵਾਸਤੇ ਹੁਣ ਲੜਾਈ ਜਿਹੜੀ ਹੈ ਅੱਗੇ ਸਿੱਖਾਂ ਨੂੰ ਕਿਸ ਤਰ੍ਹਾਂ ਲੜਨੀ ਚਾਹੀਦੀ? ਨਹੀਂ, ਫੋਟੋ ਖਿੱਚ ਲਈ ਸੰਜੇ ਸੂਰੀ ਨੇ, ਹਿੰਦੁਸਤਾਨ ਦਾ ਬੜਾ ਵੱਡਾ ਐਂਕਰ ਸੀ। ਇੰਡੀਅਨ ਐਕਸਪ੍ਰੈਸ ਨਹੀਂ, ਇੰਡੀਅਨ ਐਕਸਪ੍ਰੈਸ ਨਹੀਂ, ਹਿੰਦੁਸਤਾਨ ਟਾਈਮਸ ਦਾ ਮੈਨੂੰ ਇਹ ਨਹੀਂ ਚੰਗੀ ਤਰ੍ਹਾਂ ਪਤਾ, ਅੰਗਰੇਜ਼ੀ ਅਖਬਾਰ ਸੀ। ਕਿਤਾਬ ਵੀ ਲਿਖੀ ਸੀ ਉਹਨਾਂ ਨੇ 1984। ਉਹਦੇ ਵਿੱਚ ਨਾ ਉਹਨੇ ਫੋਟੋ ਖਿੱਚੀ ਸੀ, ਤਾਂ ਕਈਆਂ ਨੇ ਅਜੇ ਵੀ ਸਾਂਭੀ ਆ। ਇਹ ਸਭ ਤੋਂ ਮੋਹਰੇ ਅੱਗ ਲਾਉਣ ਡਿਆ ਇੱਥੇ ਰਕਾਬਗੰਜ ਸਾਹਿਬ 2 ਸੇਵਾਦਾਰਾਂ ਨੂੰ, ਅਤੇ ਨਾਨਾਵਤੀ ਦੇ ਗਿਆ ਵੀ ਸੀ। ਨਾਨਾਵਤੀ ਨੇ ਸੱਦਿਆ ਸੀ, ਉਹਨੇ ਸੰਜੇ ਸੂਰੀ ਨੇ ਐਫੀਡੇਵਿਟ ਦਿੱਤਾ ਅਤੇ ਕਹਿੰਦਾ ਸੀ ਵੀ ਮੈਂ ਮਾਰ ਨਹੀਂ ਗਿਆ ਸੀ, ਮੈਂ ਬਚਾਉਣ ਗਿਆ ਸੀ। ਅਤੇ ਇਹਨੂੰ ਕੋਈ ਪੁੱਛੇ, ਹਰਾਮ ਦਿਆ ਕੰਜਰਾ, ਤੂੰ ਖਲੋ ਕੇ ਉਹਨਾਂ ਜਵਾਈਆਂ ਨੂੰ ਅੱਗ ਲਵਾਉਣ ਡਿਆ, ਉਹ ਉਹਨਾਂ ਨੂੰ ਕਿਉਂ ਲਵਾਉਣ ਡਿਆ ਆ? ਜੇ ਤੂੰ ਬਚਾਉਣ ਗਿਆ ਸੀ, ਉਹ ਕਿੱਦਾਂ ਜਲ ਗਏ, ਹੈ ਨਾ। ਕੋਈ ਇਨਸਾਫ ਨਹੀਂ। ਉਹਨੂੰ ਹੁਣ ਮੁੱਖ ਮੰਤਰੀ ਬਣਾਇਆ, ਕਿਤੇ ਕੋਲੋਗੇ ਇਨਸਾਫ? ਸਾਡੇ ਵਾਸਤੇ ਇੱਥੇ ਇਨਸਾਫ ਕੋਈ ਨਹੀਂ। ਮੈਂ ਤਾਂ ਹੁਣ ਤੱਕ ਅਦਾਲਤਾਂ ਕੋਈ ਪੁੱਛੀ, ਸਾਨੂੰ ਇੱਕ ਵਾਰੀ ਦੱਸੋ ਸਹੀ ਸਾਡਾ ਗੁਨਾਹ ਕੀ ਸੀ, ਬਸ। ਧੰਨਵਾਦ ਮਾਤਾ ਜੀ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਇਹ ਸਨ ਮਾਤਾ ਜਗਦੀਸ਼ ਕੌਰ ਜੀ, ਜਿਨ੍ਹਾਂ ਨੇ ਆਪਣੀ ਕਹਾਣੀ ਨਹੀਂ ਕਹਿ ਸਕਦੇ, ਇਹ ਆਪ ਬੀਤੀ ਹੈ। ਇਹ ਬਹੁਤ ਵੱਡਾ ਦੁਖਾਂਤ ਹੈ 1984 ਦਾ, ਕਲੰਕ ਜਿਹੜਾ ਭਾਰਤ ਦੇਸ਼ 'ਤੇ ਲੱਗਿਆ, ਇਹ ਕਦੀ ਮਿਟ ਨਹੀਂ ਸਕਦਾ। ਕੋਈ ਸਰਕਾਰ ਜਿਹੜੀ ਹੈ ਅੰਨੀ ਹੋ ਚੁੱਕੀ ਸੀ ਇੱਕ ਪ੍ਰਧਾਨ ਮੰਤਰੀ ਦੀ ਮੌਤ ਦੇ ਉੱਤੇ, ਰਾਤੋਂ ਰਾਤ ਪ੍ਰਧਾਨ ਮੰਤਰੀ ਬਣਨਾ ਰਾਜੀਵ ਗਾਂਧੀ ਦਾ, ਫਿਰ ਇੱਕ ਸਰੇਆਮ ਇਹ ਐਲਾਨ ਕਰ ਦੇਣਾ ਕਿ ਸਿੱਖਾਂ ਨੂੰ ਖਤਮ ਕਰ ਦਿੱਤਾ ਜਾਏ। ਸੜਕਾਂ ਦੇ ਉੱਤੇ, ਗਲੀਆਂ ਦੇ ਵਿੱਚ ਉਹ ਮਾਹੌਲ ਬਣਿਆ। ਦੁਖਾਂਤ ਜਿਹੜਾ ਸਿੱਖਾਂ ਦਾ 1984 ਦਾ ਵਾਪਰਿਆ। ਜਦੋਂ ਵੀ ਨਵੰਬਰ ਦਾ ਜਦੋਂ ਵੀ ਨਵੰਬਰ ਦਾ ਮਹੀਨਾ ਆਉਂਦਾ ਤਾਂ ਸਿੱਖਾਂ ਦੇ ਹਿਰਦੇ ਜਿਹੜੇ ਨੇ ਉਹ ਫਿਰ ਇੱਕ ਵਾਰ ਵਲੂੰਦਰੇ ਜਾਂਦੇ ਨੇ। ਸਾਰੀ ਆਪ ਬੀਤੀ ਜਿਹੜੀ ਹੈ ਮਾਤਾ ਜਗਦੀਸ਼ ਕੌਰ ਜੀ ਸੁਣਾ ਰਹੇ ਸੀ, ਤੁਸੀਂ ਸੁਣ ਰਹੇ ਸੀ। ਲੇਕਿਨ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਵਾਸਤੇ ਵੀ ਇੱਕ ਬਹੁਤ ਵੱਡਾ ਮੈਸੇਜ ਹੈ ਕਿ ਕੁਝ ਲੋਕ ਜਿਹੜੇ ਆ ਗੱਲਾਂ ਅੱਜ ਵੀ ਕਰਦੇ ਨੇ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਬੈਠ ਕੇ ਹਰ ਕੋਈ ਵਕੀਲ ਜੱਜ ਬਣ ਜਾਂਦਾ, ਜਿਹੜਾ ਕਹਿ ਦਿੰਦਾ ਅੱਜ ਸਿੱਖਾਂ ਨੂੰ ਕਿ 84 ਭੁੱਲ ਜਾਓ। ਕਿਉਂ ਭੁੱਲ ਜਾਣ 84? ਅੱਜ ਕੱਲ੍ਹ ਕਹਿੰਦੇ ਨੇ ਦੰਗੇ ਹੈ, ਇਹ ਦੰਗੇ ਨਹੀਂ ਸੀ। ਦਰਅਸਲ ਦੱਸ ਦਈਏ, ਹਿੰਦੀ ਦੇ ਵਿੱਚ ਇਹਨੂੰ ਨਰਸੰਹਾਰ ਕਹਿੰਦੇ ਨੇ। ਸਿੱਖਾਂ ਦਾ ਨਰਸੰਹਾਰ ਹੋਇਆ ਸੀ। ਔਰ ਪੰਜਾਬੀ ਦੀ ਗੱਲ ਕਰੋ, ਨਸਲਕੁਸ਼ੀ ਸੀ। ਇਹ ਕੋਈ ਦੰਗਾ ਨਹੀਂ ਸੀ, ਇਹ ਨਸਲਕੁਸ਼ੀ ਸੀ। ਕੋਈ ਆਮਣੇ ਸਾਹਮਣੇ ਦਾ ਮੁਕਾਬਲਾ ਨਹੀਂ ਸੀ ਸਿੱਖਾਂ ਦੇ ਨਾਲ। ਆਪ ਬੀਤੀ ਤੁਸੀਂ ਸਾਰੀ ਸੁਣੀ ਹੈ ਮਾਤਾ ਜਗਦੀਸ਼ ਕੌਰ ਜੀ ਕੋਲੋਂ। ਕੈਮਰਾ ਪਰਸਨ ਕਰਨਜੀਤ ਸਿੰਘ ਦੇ ਨਾਲ ਦਵਿੰਦਰ ਸਿੰਘ, T5 ਚੈਨਲ ਪੰਜਾਬੀ, ਦਿੱਲੀ। T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।